ਬਹੁਤ ਸਾਰੇ ਸਵਾਲ ਆਏ ਸੀ ਮੈਮ ਕਿ ਵਾਈਫਾਈ ਘਰ ਦੇ ਵਿੱਚ ਯੂਜ਼ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਇੱਕ ਸਟੱਡੀ ਦੇ ਅਕੋਰਡਿੰਗਲੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬਿਹੇਵੀਅਰਲ ਚੇਂਜਸ ਸੀਗੀਆਂ। ਹਾਲਾਂਕਿ ਵੱਡੀ ਗਿਣਤੀ ਨਹੀਂ, ਪਰ 1% ਦੇ ਕਰੀਬ DNA ਡੈਮੇਜ ਵੇਖਿਆ। ਉਹਨਾਂ ਵਿੱਚ ਟੈਸਟੋਸਟੇਰੋਨ ਦਾ ਲੈਵਲ ਘਟਿਆ ਹੋਇਆ ਸੀ। ਕਹਿ ਲਓ ਕਿ ਇੱਕ ਤਰੀਕੇ ਬਈ ਗਰਭ ਠਹਿਰਨ ਵਿੱਚ ਵੀ ਪ੍ਰੋਬਲਮ ਆਈ। ਛੇਤੀ ਚਿੜਚਿੜੇ ਲੜਾਕੇ ਇਸ ਤਰ੍ਹਾਂ ਜਾਂ ਬਿਮਾਰ ਥਕਾਵਟ ਮਹਿਸੂਸ ਹੋਣੀ, ਇੱਦਾਂ ਦੀ ਚੀਜ਼। ਤੇ ਫਿਰ ਜਿੰਨੀਆਂ ਖੋਜਾਂ ਕੀਤੀਆਂ ਉਹ ਦੇਖਣ ਵਿੱਚ ਆਇਆ ਕਿ ਇਹ ਨੁਕਸ ਨਹੀਂ ਦਿਸੇ। ਜਿਵੇਂ 1% ਤੋਂ ਘੱਟ ਵਡੇਰਿਆਂ 'ਚ ਦਿਸਿਆ, ਇਹਨਾਂ ਬੱਚਿਆਂ ਦੇ ਵਿੱਚ ਉਹ DNA ਡੈਮੇਜ ਨਹੀਂ ਦਿਸਿਆ। ਉਹਦੀ ਇੱਕ ਖੋਜ ਸਿਰਫ ਜਿਸ ਵਿੱਚ ਆਇਆ ਹੈ ਕਿ ਚੂਹੇ ਸਨ ਨਾਲ ਦੇ ਕਮਰੇ ਵਿੱਚ ਜਿੱਥੇ ਇਹਦੀ ਇੰਨੀ ਇੰਟੈਂਸਿਟੀ ਵਧਾਈ ਗਈ, ਉਹਨਾਂ ਚੂਹਿਆਂ ਦੀ ਮੌਤ ਹੋਈ ਹੈ। ਇੱਥੇ ਇੱਕ ਕਮੈਂਟ ਇਹ ਆਇਆ ਸੀਗਾ, ਉਹ ਕਹਿੰਦੇ ਯਾਰ ਜੇ ਬਟਨ ਵਾਲਾ ਮੋਬਾਈਲ ਵਰਤੀਏ ਫਿਰ ਕੀ ਇਹਨੂੰ ਘਟਾ ਸਕਦੇ ਹਾਂ ਸਾਰੇ ਖਤਰੇ ਨੂੰ? ਤੇ ਉਹਦੇ ਉੱਤੇ ਅਜੇ ਤੱਕ ਖੋਜ ਨਹੀਂ ਹੋਈ ਕਿ ਉਹ ਫੋਨ ਸਾਨੂੰ ਬਚਾ ਸਕਦੇ ਨੇ ਜਾਂ ਨਹੀਂ ਬਚਾ ਸਕਦੇ। ਕਿ ਤੁਹਾਡਾ ਜਿੰਨੀ ਜ਼ਿਆਦਾ ਲਾਈਟ ਹੋਏਗੀ ਤੁਹਾਡੀ ਅੰਦਰਲੀ ਰੈਟੀਨਾ ਪਰਤ ਤੇ ਜ਼ਿਆਦਾ ਉਹ ਮਾੜਾ ਨੁਕਸਾਨ ਦਿਖਾਉਂਦੀ ਜੇ। ਲੰਮੇ ਸਮੇਂ ਤੱਕ ਮੋਬਾਈਲ ਤੇ ਲੱਗੇ ਰਹਿਣ ਨਾਲ ਆਈ ਸਟ੍ਰੇਨ ਬਹੁਤ ਜ਼ਿਆਦਾ ਹੈ। ਇਹ ਨੈਕ ਦੀਆਂ ਜੋ ਹੈਗੀਆਂ ਨੇ ਸਾਡੀਆਂ ਹੱਡੀਆਂ ਗਲੇ ਦੀਆਂ, ਉਹਨਾਂ ਤੇ ਵੀ ਸਟ੍ਰੇਨ ਪੈਂਦਾ ਜੇ। ਕਿ ਮਿਨੀਮਮ ਲਾਈਟ ਕਰਕੇ ਉਹਦੀ ਵੇਖੀ ਜਾਏ। ਨਾਈਟ ਮੋਡ ਹੁੰਦਾ ਉਹਦੇ ਵਿੱਚ ਖਾਸ ਤੌਰ ਤੇ। ਜੇ ਤੁਸੀਂ ਫਿਲਮ ਵੀ ਦੇਖ ਰਹੇ ਹੋ, 1 ਘੰਟੇ ਤੋਂ ਵੱਧ ਮੋਬਾਈਲ ਕੰਟੀਨਿਊਸ ਨਹੀਂ ਵੇਖਣਾ ਕਿਸੇ ਵੀ ਹਾਲ ਵਿੱਚ। ਕੰਪਿਊਟਰ ਤੇ ਵਰਕ ਕਰਨ ਵਾਲਿਆਂ ਦੇ ਵੀ ਟੈਨਿਸ ਐਲਬੋ ਟਾਈਪ ਇਸ ਤਰ੍ਹਾਂ ਸ਼ੁਰੂ ਹੋ ਜਾਂਦੀ ਹੈ। ਜਿਹੜਾ ਸਿਰ ਪੀੜ ਹੁੰਦੀ ਹੈ ਉਹ ਕਿਵੇਂ ਦੂਰ ਕੀਤੀ ਜਾ ਸਕਦੀ ਹੈ? ਸਿਰ ਪੀੜ ਤੁਹਾਡੇ ਮੁਤਾਬਿਕ ਤਾਜ਼ਾ ਜੋ ਤੁਸੀਂ ਆਪ ਲਿਆ ਕੇ ਮੀਟ ਬਣਾਓਗੇ, ਕਿਉਂਕਿ ਇਹਨਾਂ ਵਿੱਚ ਨਾ ਜਦੋਂ ਡੱਬਾ ਬੰਦ ਚੀਜ਼ਾਂ ਲੈਂਦੇ ਆ ਉਸ 'ਚ ਨਾਈਟਰੇਟਸ ਆ ਜਾਂਦੇ ਨੇ, ਉਹ ਪ੍ਰੋਬਲਮ ਕਰਦੇ ਨੇ, ਉਹ ਨਹੀਂ ਖਾਣੇ ਚਾਹੀਦੇ। ਇਸੇ ਤਰ੍ਹਾਂ ਮੱਛੀ, ਚਿਕਨ, ਅੰਡਾ, ਖਾਸ ਤੌਰ ਤੇ ਟਿਊਨਾ ਫਿਸ਼ ਜਿਹੜੀ ਸਲਾਦ ਦੇ ਵਿੱਚ ਵੀ ਖਾ ਸਕਦੇ ਹੋ। ਆਲੂ, ਹਰੀਆਂ ਫਲੀਆਂ, ਪੇਠਾ ਸਭ ਕੁਝ ਲੈ ਸਕਦੇ ਹੋ, ਪਰ ਕੱਚਾ ਪਿਆਜ਼ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਅਨਾਨਾਸ, ਇਮਲੀ, ਸੰਤਰੇ ਤੇ ਚਕੋਦਰਾ, ਸਕੰਜਵੀ, ਨਿੰਬੂ ਨਹੀਂ ਲੈਣਾ ਚਾਹੀਦਾ ਜੇ ਸਿਰ ਪੀੜ ਤੁਹਾਨੂੰ ਤਿੱਖੀ ਹੁੰਦੀ ਹੈ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਆਨੰਦਪ੍ਰੀਤ ਸਿੰਘ। ਅਕਸਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਮੋਬਾਈਲ ਫੋਨ ਦੀ ਕਿ ਮੋਬਾਈਲ ਫੋਨ ਕਿਵੇਂ ਵਰਤਣਾ ਚਾਹੀਦਾ। ਇੱਕ ਪ੍ਰੋਗਰਾਮ ਵੀ ਕੀਤਾ ਸੀ, ਡਾਕਟਰ ਹਰਸ਼ਿੰਦਰ ਕੌਰ ਜੀ ਨੇ ਸਾਨੂੰ ਦੱਸਿਆ ਸੀ ਕਿ ਮੋਬਾਈਲ ਫੋਨ ਵਰਤਣ ਵੇਲੇ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ, ਕਿਵੇਂ ਦਾ ਧਿਆਨ ਰੱਖਣਾ ਚਾਹੀਦਾ। ਤਾਂ ਉਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਸੀ ਕਿ ਵਾਈਫਾਈ ਘਰ ਦੇ ਵਿੱਚ ਲਗਾਉਣਾ ਚਾਹੀਦਾ ਜਾਂ ਨਹੀਂ ਲਗਾਉਣਾ ਚਾਹੀਦਾ, ਤੇ ਹੋਰ ਵੀ ਤਮਾਮ ਤਰ੍ਹਾਂ ਦੇ ਸਵਾਲ ਸੀ ਜੋ ਅੱਜ ਆਪਾਂ ਸਵਾਲਾਂ ਦੇ ਰੂਪ ਦੇ ਵਿੱਚ ਮੈਡਮ ਨੂੰ ਕਰਾਂਗੇ ਤੇ ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਹੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਹੀ ਤੁਹਾਨੂੰ ਸਿਰ ਜਿਹੜੀ ਪੀੜ ਹੁੰਦੀ ਹੈ ਉਸ ਦਾ ਇਲਾਜ ਕੀ ਹੈ, ਕਿਵੇਂ ਧਿਆਨ ਰੱਖਣਾ ਚਾਹੀਦਾ, ਕੀ ਕੁਝ ਖਾਣਾ ਪੀਣਾ ਚਾਹੀਦਾ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤਾਂ ਸਭ ਤੋਂ ਪਹਿਲਾਂ ਮੈਡਮ ਦਾ ਸਵਾਗਤ ਕਰ ਲੈਂਦੇ ਹਾਂ। ਮੈਮ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਤੇ ਸੱਚਮੁੱਚ ਪਹਿਲਾਂ ਧੰਨਵਾਦ ਕਰੀਏ ਕਿ ਉਸ ਪ੍ਰੋਗਰਾਮ ਨੂੰ ਇੰਨਾ ਪਸੰਦ ਕੀਤਾ ਗਿਆ ਮੋਬਾਈਲ ਦੇ ਬਾਰੇ, ਤੇ ਜਿੰਨੇ ਕੁ ਸਵਾਲ ਆਏ ਨੇ ਮੈਨੂੰ ਲੱਗਦਾ ਇੱਕ ਪ੍ਰੋਗਰਾਮ 'ਚ ਤੇ ਆਪਾਂ ਉਹ ਪੂਰੇ ਵੀ ਨਹੀਂ ਦੱਸ ਸਕਣੇ ਉਹਨਾਂ ਦੇ ਜਵਾਬ, ਪਰ ਜਿਵੇਂ ਵਾਅਦਾ ਕੀਤਾ ਸੀ ਉਹਨਾਂ ਨਾਲ ਕਿ ਅਸੀਂ ਸਾਰੇ ਸਰੋਤਿਆਂ ਨਾਲ ਕਿ ਤੁਹਾਡੇ ਅਸੀਂ ਸਵਾਲ ਜ਼ਰੂਰ ਲਵਾਂਗੇ। ਸੋ ਅੱਜ ਵਾਈਫਾਈ ਲਈ ਇੰਨੇ ਸਵਾਲ ਆਏ ਤੇ ਮੇਰਾ ਖਿਆਲ ਹੈ ਖੋਜਾਂ ਦੇ ਉੱਤੇ ਆਧਾਰਿਤ ਜੇ ਆਪਾਂ ਗੱਲ ਕਰੀਏ ਤਾਂ ਬਿਹਤਰ ਰਹੇਗਾ, ਕਿਉਂਕਿ ਇੰਟਰਨੈਟ 'ਤੇ ਤਾਂ ਇੰਨਾ ਕੁਛ ਮਿਲ ਜਾਣਾ, ਪਰ ਜੋ ਕਈ ਸਾਲਾਂ ਤੇ ਕਈ ਹਜ਼ਾਰਾਂ ਜਾਂ ਕਈ ਲੱਖਾਂ 'ਤੇ ਜੋ ਖੋਜ ਹੋਈ ਹੋਏਗੀ, ਜਿਨ੍ਹਾਂ 'ਚ ਈਵਨ ਐਨੀਮਲ ਸਟੱਡੀਜ਼ ਹੋਈਆਂ ਹੋਣਗੀਆਂ, ਆਪਾਂ ਸਿਰਫ ਤੱਥਾਂ ਦੇ ਆਧਾਰਿਤ ਗੱਲ ਕਰਾਂਗੇ। ਜੀ
ਬਿਲਕੁਲ ਅਸੀਂ ਤੁਹਾਨੂੰ ਦੱਸ ਦਈਏ ਕਿ ਸਵਾਲ ਤੁਹਾਡੇ ਬਹੁਤ ਆਏ ਸੀ। ਅਸੀਂ ਸਿਰਫ ਉਹੀ ਗੱਲ ਕਰਨੀ ਹੈ ਜਿਹੜੀ ਫੈਕਟ ਜਾਂ ਰਿਸਰਚ ਹੋ ਚੁੱਕੀ ਹੈ ਤੇ ਜਿਸ ਦੇ ਠੋਸ ਪੁਖਤਾ ਸਬੂਤ ਸਾਡੇ ਕੋਲ ਨੇ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਬਹੁਤ ਸਾਰੇ ਸਵਾਲ ਆਏ ਸੀ ਮੈਮ ਕਿ ਵਾਈਫਾਈ ਘਰ ਦੇ ਵਿੱਚ ਯੂਜ਼ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਤੁਹਾਨੂੰ। ਦੇਖੋ 14 ਖੋਜਾਂ ਨੇ ਵੱਖੋ ਵੱਖਰੀਆਂ ਜੋ ਵੱਖੋ ਵੱਖਰੇ ਰਿਜ਼ਲਟਸ ਕੱਢਦੀਆਂ ਆ ਰਹੀਆਂ ਨੇ। ਹੁਣ ਜੋ ਆਪਾਂ ਉਹਦੇ ਤੋਂ ਵੱਖੋ ਵੱਖਰੀਆਂ ਜੋ ਖੋਜਾਂ 'ਤੇ ਆਧਾਰਿਤ ਗੱਲ ਕਰੀਏ ਤਾਂ ਜੋ ਪਹਿਲੀ ਖੋਜ 2017 ਵਿੱਚ ਸਨ 'ਚ ਛਪੀ ਸੀ, ਜਿਹੜੀ ਕਿ ਉਹਨਾਂ ਨੇ ਕੀਤੀ ਸੀ 4 ਕੇ 5 ਸਾਲ ਦੀ ਜੋ ਸਟੱਡੀ ਆਲਮੋਸਟ ਉਹਨਾਂ ਨੇ ਕੀਤੀ, ਉਹਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਕਿਹਾ ਕਿ ਇਹ ਵਾਈਫਾਈ ਦੇ ਨਾਲ ਕੋਈ ਸੈੱਲ ਦੇ DNA ਦੇ ਉੱਤੇ ਫਰਕ ਨਹੀਂ ਪੈ ਰਿਹਾ। ਸੋ ਇਹਦਾ ਮਤਲਬ ਸੀ DNA ਦੇ ਵਿੱਚ ਟੁੱਟ ਫੁੱਟ ਹੈ ਜੋ ਕੈਂਸਰ ਕਰਦੀ ਹੈ, ਜਾਂ ਕੋਈ ਜਿੰਨੇ ਵੀ ਮਾੜੇ ਅਸਰ ਜੇ ਅਸੀਂ ਦੇਖਦੇ ਹਾਂ ਤਾਂ ਉਹਦੇ ਕਰਕੇ ਹੀ ਆਉਂਦੇ ਨੇ। ਸੋ ਇੱਕ ਗੱਲ ਉਹਨਾਂ ਨੇ ਉਦੋਂ ਸਪਸ਼ਟ ਕਰ ਦਿੱਤੀ, ਇਹ ਵਾਈਫਾਈ ਰੂਟਰ ਨਾਲ ਕੁਝ ਵੀ ਨਹੀਂ ਹੁੰਦਾ। ਉਹਦੇ ਵਿੱਚ ਇੱਕ ਖਾਸ ਗੱਲ ਹੈ ਕਿ ਉਹਨਾਂ ਨੇ ਕਿੰਨੇ ਇਹ ਗੀਗਾਹਰਟਸ ਵਰਤਿਆ ਇਹਦਾ ਜ਼ਿਕਰ ਨਹੀਂ ਸੀ ਕੀਤਾ, ਯਾਨੀ ਉਹ ਸਟੱਡੀ ਵਿੱਚ ਕਿਸ ਲੈਵਲ ਦਾ ਟੈਸਟ ਕੀਤਾ ਗਿਆ ਨਹੀਂ ਸੀ। ਸੋ ਅਗਲੀ ਜੋ ਫਿਰ ਖੋਜ ਆਈ ਉਹਦੇ ਵਿੱਚ ਚੂਹਿਆਂ ਦੇ ਉੱਤੇ ਜੋ ਐਨੀਮਲ ਸਟੱਡੀਜ਼ ਰਾਹੀਂ ਪਹਿਲਾਂ ਕੀਤੇ ਗਿਆ, ਦੇਖਿਆ ਗਿਆ ਕਿ ਜਿਨ੍ਹਾਂ ਦੇ ਰੂਟਰ ਬਿਲਕੁਲ ਨਾਲ ਲਾਇਆ ਗਿਆ ਸੀ, ਖਾਸ ਕਰ 2.45 ਗੀਗਾਹਰਟਸ 'ਤੇ, ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਚੂਹਿਆਂ ਦੇ ਟਿਕ ਕੇ ਨਾ ਬੈਠਣ ਵਾਲੀ ਚੀਜ਼ ਦਿਸੀ ਜਿਨ੍ਹਾਂ ਦੇ ਨੇੜੇ ਰੂਟਰ ਲੱਗਿਆ ਹੋਇਆ ਸੀ, ਕਿ ਉਹਨਾਂ ਦੇ ਫਿਰ ਦਿਮਾਗ ਦੇ ਸਾਰਾ ਸਕੈਨਿੰਗ ਕੀਤੀ ਗਈ, ਉਹਨਾਂ ਦਾ ਬਲੱਡ ਫਲੋ ਕਿਵੇਂ ਜਾ ਰਿਹਾ, ਸਾਰਾ ਜੋ ਚੈੱਕ ਕੀਤਾ। ਉਸ ਇੱਕ ਸਟੱਡੀ ਦੇ ਅਕੋਰਡਿੰਗਲੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬਿਹੇਵੀਅਰਲ ਚੇਂਜਸ ਸੀਗੀਆਂ, ਯਾਨੀ ਉਹ ਜਿਵੇਂ ਨੋਰਮਲ ਵਾਂਗ ਨਹੀਂ ਸੀ ਬਿਹੇਵ ਕਰ ਰਹੇ। ਉਹਨਾਂ ਨੂੰ ਇਹ ਨਾ ਸਮਝ ਆਈ ਉਸ ਖੋਜ ਵਿੱਚ ਵੀ ਇਹ ਕਿਸ ਤਰ੍ਹਾਂ ਦਾ ਵੱਖਰਾ ਬਿਹੇਵੀਅਰ ਸੀ, ਕਿ ਦੂਜਿਆਂ ਨਾਲ ਰਲ ਮਿਲ ਨਹੀਂ ਸੀ ਰਹੇ, ਮੂਡੀ ਜੇ ਬਣ ਗਏ ਸਨ, ਕੁਛ ਇਸ ਤਰ੍ਹਾਂ ਦਾ ਉਹਨਾਂ ਨੂੰ ਚੂਹਿਆਂ ਦੇ ਵਿੱਚ ਫਰਕ ਦਿਸਿਆ। ਹੁਣ ਇਸ ਖੋਜ ਨੂੰ ਅਗਾਂਹ ਦੂਸਰੇ ਇੱਕ ਹੋਰ ਥਾਂ 'ਤੇ ਫਿਰ ਇੱਕ ਹੋਰ ਰਿਸਰਚ ਇਸੇ 'ਤੇ ਚੱਲੀ, ਜਿਸ ਵਿੱਚ ਉਹਨਾਂ ਨੇ ਚੂਹਿਆਂ ਨੂੰ ਦੇ ਬੱਚਿਆਂ ਉੱਤੇ ਇਹ ਅਸਰ ਦੇਖਿਆ ਕਿ ਜਿਨ੍ਹਾਂ ਚੂਹਿਆਂ ਦੇ ਪ੍ਰੈਗਨੈਂਟ ਸਨ, ਬੱਚੇ ਹੋਏ, ਉਹਨਾਂ ਦੇ ਅੱਗੋਂ ਅਸਰ ਦੇਖੀਏ। ਉਹਨਾਂ 'ਤੇ ਵੀ ਇਸੇ ਤਰ੍ਹਾਂ ਦੇਖਿਆ, ਦਿਮਾਗ ਦੇ ਕੁਝ ਹਿੱਸੇ ਜਿਨ੍ਹਾਂ ਦੇ ਕੋਗਨੀਟਿਵ ਫੰਕਸ਼ਨਸ ਜਿੱਥੇ ਆਉਣਾ ਸੀ, ਬੌਧਿਕ ਵਿਕਾਸ ਆਉਣਾ ਸੀ, ਉਹਨਾਂ ਏਰੀਆਜ਼ ਦੇ ਵਿੱਚ ਦੇਖਿਆ ਗਿਆ ਕਿ ਬਲੱਡ ਫਲੋ 'ਚ ਮਤਲਬ ਕਿਸੇ 'ਚ ਘੱਟ ਕਿਸੇ 'ਚ ਵੱਧ ਇਸ ਤਰ੍ਹਾਂ ਦਾ ਵੇਰੀਏਸ਼ਨ ਦਿਸੀ। ਸੋ ਉਹਨਾਂ ਨੂੰ ਜਦੋਂ ਚੂਹਿਆਂ ਦੇ, ਹੁਣ ਸਮਝ ਸਕਦੇ ਹਾਂ ਕਿ ਉਹਨਾਂ ਦਾ ਬੌਧਿਕ ਵਿਕਾਸ ਉਹਨਾਂ ਦੇ ਲੈਵਲ ਤੱਕ ਹੀ ਦੇਖਣਾ ਸੀ, ਸੋ ਉਹਨਾਂ ਨੇ ਕਿਹਾ ਵੀ ਹਾਂਜੀ ਮਾੜਾ ਮੋਟਾ ਅਸਰ ਤਾਂ ਜ਼ਰੂਰ ਦਿਸ ਰਿਹਾ ਬੱਚਿਆਂ 'ਚ। ਇੰਨੀ ਕੁ ਗੱਲ ਨਾਲ ਉਹ ਸਟੱਡੀ ਦਾ, ਕਿਉਂਕਿ ਉਹਦਾ ਦਿਖਿਆ ਵੀ ਅਸਰ ਤਾਂ ਦਿਖ ਰਿਹਾ। ਪਹਿਲੀ ਸਟੱਡੀ ਨੇ ਕਿਹਾ ਕੁਝ ਵੀ ਨਹੀਂ ਹੋ ਰਿਹਾ, ਪਰ ਇਹਨਾਂ ਨੇ ਵੀ ਕਿਹਾ ਕਿ ਹਾਲਾਂਕਿ ਵੱਡੀ ਗਿਣਤੀ ਨਹੀਂ, ਪਰ 1% ਦੇ ਕਰੀਬ DNA ਡੈਮੇਜ ਵੇਖਿਆ, ਜੋ ਕਿ ਖਤਰਨਾਕ ਸੀ। DNA ਦਾ ਮਤਲਬ ਹੈ ਕਿ ਕੈਂਸਰ ਹੋ ਸਕਦਾ ਜੇ DNA 'ਚ ਗੜਬੜੀ ਹੈ। ਸੋ ਖੋਜ ਫਿਰ ਬੰਦਿਆਂ 'ਤੇ ਹੋਈ। ਹੁਣ ਜਿਵੇਂ ਮੈਂ ਦੱਸਿਆ ਕਿ 14 ਖੋਜਾਂ ਨੇ, ਆਪਾਂ ਹਰ ਇੱਕ ਖੋਜ ਦਾ ਪਲੱਸ ਮਾਈਨਸ ਹੀ ਮੈਂ ਸਿਰਫ ਦੱਸ ਦਿੰਦੀ ਹਾਂ। ਹੁਣ ਉਹਨਾਂ ਵਿੱਚੋਂ ਇੱਕ 'ਤੇ ਜੋ ਹੋਈ ਮੇਨ ਸਟੱਡੀ ਬੰਦਿਆਂ ਉਹਦੇ ਉੱਤੇ, ਉਹਦੇ ਨਤੀਜੇ ਜੋ ਮੈਂ ਜ਼ਰੂਰ ਸ਼ੇਅਰ ਕਰ ਦਿੰਦੀ ਹਾਂ। ਇੱਕ ਦੇ ਕਿ ਉਹਨਾਂ ਨੇ ਵੇਖਿਆ ਕਿ ਜਿਹੜੇ ਬੰਦਿਆਂ ਦੇ ਬੈਡਰੂਮਸ ਦੇ ਵਿੱਚ ਰੂਟਰ ਲੱਗਿਆ ਹੋਇਆ ਸੀ, ਉਹਨਾਂ ਦੇ ਬੰਦਿਆਂ ਦੇ ਕੀ ਫਰਕ ਪਿਆ। ਉਹਨਾਂ ਨੇ ਕਿਹਾ ਵੀ ਜੇ 2.45 ਗੀਗਾਹਰਟਸ ਦਾ ਤੁਹਾਡਾ ਵਾਈਫਾਈ ਸਿਗਨਲ ਆ ਰਿਹਾ ਤਾਂ ਉਹਦੇ ਨਾਲ ਤੁਹਾਡੇ ਜਿੰਨੇ ਵੀ ਉਹ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਜੋ ਵੀ ਜਿਸ ਵੀ ਤਰੀਕੇ ਫਰਕ ਪਿਆ, ਉਹਨਾਂ ਨੇ ਦੇਖਿਆ ਉਹਨਾਂ ਵਿੱਚ ਟੈਸਟੋਸਟੇਰੋਨ ਦਾ ਲੈਵਲ ਘਟਿਆ ਹੋਇਆ ਸੀ। ਇਹ ਹੁਣ ਇੱਕ ਖੋਜ ਜੋ ਮੈਂ ਉਹੀ ਦੱਸ ਰਹੀ ਹਾਂ। ਉਹਨਾਂ ਦੇ ਵਿੱਚ ਸੈੱਲਾਂ ਦੀ ਟੁੱਟ ਫੁੱਟ ਵੀ ਵਧੀ ਹੋਈ ਸੀ ਸਰੀਰ 'ਚ, ਅਤੇ ਉਹਦੇ ਵਿੱਚੋਂ ਕੁਝ ਲੈਵਲਸ ਦੇ ਜਿਨ੍ਹਾਂ ਦੇ ਸਰੀਰਕ ਤਾਪਮਾਨ ਬਾਕੀ ਨੋਰਮਲ ਨਾਲੋਂ ਵੱਧ ਗਿਆ ਸੀ, ਉਹਨਾਂ ਵਿੱਚ DNA ਦਾ ਡੈਮੇਜ ਥੋੜ੍ਹਾ ਜਿਹਾ ਦੇਖਿਆ ਗਿਆ। ਹੁਣ ਜਿਹੜੀਆਂ ਔਰਤਾਂ ਉਸੇ ਤਰ੍ਹਾਂ ਉਸੇ ਹੀ ਕਮਰੇ ਵਿੱਚ ਸਨ, ਉਹਨਾਂ ਦੀ ਸਟੱਡੀ ਜਦੋਂ ਹੋਈ ਉਹਦੇ 'ਚ ਵੀ ਦੇਖਿਆ ਗਿਆ ਕਿ ਉਹਨਾਂ ਦੇ ਈਸਟਰੋਜਨ ਅਤੇ ਪ੍ਰੋਜੈਸਟਰੋਨ ਦੀ ਲੈਵਲਸ ਦੇ ਉੱਤੇ ਵੀ ਫਰਕ ਪਿਆ, ਯਾਨੀ ਉਹਨਾਂ ਦੇ ਕਹਿ ਲਓ ਕਿ ਇੱਕ ਤਰੀਕੇ ਬਈ ਗਰਭ ਠਹਿਰਨ ਵਿੱਚ ਵੀ ਪ੍ਰੋਬਲਮ ਆਈ। ਅਤੇ ਉਹਨਾਂ ਨੇ ਦੇਖਿਆ ਕਿ ਉਹ ਵੀ ਲੈਸ ਦੈਨ 1% ਸੀ, ਕਿ ਕ੍ਰੋਮੋਸੋਮਲ ਜੋ ਉਹਨਾਂ ਨੇ ਕਿਹਾ ਵੀ ਮਿਊਟੇਸ਼ਨਸ ਦਿਖੀਆਂ ਜੋ ਕਿ ਗੜਬੜ ਦੀ ਸੰਕੇਤ ਦੇ ਰਹੀਆਂ ਸਨ। ਹੁਣ ਇਹ ਇੱਕ ਖੋਜ ਸੀ ਜਿਹਨੇ ਚਿੰਤਾ ਸਾਰਿਆਂ ਵਿੱਚ ਲਿਆ ਧਰੀ।
ਹੁਣ ਇਸ ਤੋਂ ਬਾਅਦ ਜਿੰਨੀਆਂ ਖੋਜਾਂ ਅੱਗੇ ਵੀ ਹੋਈਆਂ ਉਹਨਾਂ ਵਿੱਚੋਂ ਅੱਧੀਆਂ ਤਾਂ ਇਹ ਬਾਕੀ ਸਾਰਾ ਕੁਝ ਤਾਂ ਕਰਦੀਆਂ ਨੇ, ਜਿਨ੍ਹਾਂ ਨਾਲ ਉਹ ਕਹਿੰਦੇ ਨੇ ਹਲਕੀ ਜੀ ਯਾਦਾਸ਼ਤ 'ਚ ਕਮੀ, ਇਕਾਗਰਤਾ 'ਚ ਕਮੀ, ਜਾਂ ਫਿਰ ਤੁਸੀਂ ਛੇਤੀ ਚਿੜਚਿੜੇ ਲੜਾਕੇ ਇਸ ਤਰ੍ਹਾਂ, ਜਾਂ ਬਿਮਾਰ ਥਕਾਵਟ ਮਹਿਸੂਸ ਹੋਣੀ ਇੱਦਾਂ ਦੀ ਚੀਜ਼। ਪਰ ਇੱਕ ਖਾਸ ਧਿਆਨ ਮੈਂ ਦੁਬਾਰਾ ਦਿਵਾਵਾਂ, ਇਹ ਖੋਜਾਂ ਬੈੱਡਰੂਮ ਵਿੱਚ ਲੱਗੇ ਵਾਈਫਾਈ ਰੂਟਰ ਦੀਆਂ ਸਨ। ਇਹਦਾ ਮਤਲਬ ਇਹ ਹੋਇਆ ਉਹਨਾਂ ਨੇ ਕੱਢਿਆ ਕਿ ਜੇ ਤੁਹਾਡਾ ਵਾਈਫਾਈ ਰੂਟਰ ਵਿੱਚੋਂ 2.45 ਗੀਗਾਹਰਟਜ਼ ਤੋਂ ਘੱਟ ਏ ਅਤੇ ਬੈੱਡਰੂਮ ਦੇ ਬਾਹਰ ਲੱਗਿਆ ਹੋਇਆ, ਅਤੇ ਫਿਰ ਜਿੰਨੀਆਂ ਖੋਜਾਂ ਕੀਤੀਆਂ ਉਹ ਦੇਖਣ ਵਿੱਚ ਆਇਆ ਕਿ ਇਹ ਨੁਕਸ ਨਹੀਂ ਦਿਸੇ। ਹੁਣ ਬੱਚਿਆਂ ਦੇ ਕਮਰੇ ਵਿੱਚ ਰੂਟਰ ਲਗਾ ਕੇ ਫਿਰ ਇਹੀ ਟੈਸਟ ਕੀਤਾ ਗਿਆ ਤਾਂ ਦੇਖਣ ਵਿੱਚ ਆਇਆ ਕਿ ਉਹ ਬੱਚੇ, ਉਹਨਾਂ ਦੇ ਯਾਦਾਸ਼ਤ ਵਿੱਚ ਕਮੀ, ਟਿਕ ਕੇ ਨਾ ਬੈਠਣਾ, ਚਿੜਚਿੜੇ ਲੜਾਕੇ, ਛੇਤੀ ਖਿੱਝ ਜਾਣਾ ਵਰਗੇ ਲੱਛਣ ਦਿਸੇ, ਪਰ ਉਹਨਾਂ ਦੇ ਵੀ DNA ਦਾ ਡੈਮੇਜ ਨਹੀਂ ਦਿਸਿਆ। ਜਿਵੇਂ 1% ਤੋਂ ਘੱਟ ਵਡੇਰਿਆਂ 'ਚ ਦਿਸਿਆ, ਇਹਨਾਂ ਬੱਚਿਆਂ ਦੇ ਵਿੱਚ ਉਹ DNA ਡੈਮੇਜ ਨਹੀਂ ਦਿਸਿਆ। ਸੋ ਇਹ ਖੋਜਾਂ ਨੇ ਜਿਨ੍ਹਾਂ ਦੇ ਅਸੀਂ ਤੱਥ ਅੱਗੋਂ ਕੱਢ ਸਕਦੇ ਹਾਂ, ਜਾਂ ਆਉਣ ਵਾਲੀਆਂ ਹੋ ਸਕਦਾ ਹੋਰ ਕਈ ਖੋਜਾਂ ਇਸ ਤੋਂ ਵੀ ਤਗੜੀਆਂ ਹੋਣ ਜਿਨ੍ਹਾਂ ਦੇ ਕੁਛ ਸਾਨੂੰ ਵੱਖ ਅਸਰ ਵੇਖਣ ਨੂੰ ਮਿਲਣ। ਉਹ ਮੈਂ ਅੱਜ ਕੁਛ ਨਹੀਂ ਕਿਆਸ ਕਰ ਸਕਦੀ। ਇਸ ਤੋਂ ਵੱਧ ਦੀ ਜੇ ਰੂਟਰ ਦੇ ਰਿਹਾ ਹੋਵੇ, ਜਾਂ ਹੁਣ ਸਾਡੇ ਕੋਲ ਤਾਂ ਯਾਨੀ ਕਿੰਨੀਆਂ ਹੀ ਅੱਗੇ ਐਡਵਾਂਸਿਸ ਹੋ ਰਹੀਆਂ ਨੇ, ਉਹਦੇ ਕੀ ਅਸਰ ਦਿਸਣਗੇ ਅੱਗੇ ਨਹੀਂ ਪਤਾ। ਹੁਣ ਖਤਰਨਾਕ ਇੱਕ ਚੀਜ਼ ਜੋ ਅਜੇ ਤੱਕ ਤਾਂ ਮੈਂ ਦੱਸ ਰਹੀ ਹਾਂ ਵੀ ਸਾਨੂੰ ਠੀਕ ਠਾਕ ਜਿਹੀਆਂ ਹੀ ਚੀਜ਼ਾਂ ਸਨ, ਵੀ ਜਿਹਦਾ ਮਤਲਬ ਹੈ ਬੈੱਡਰੂਮ 'ਚ ਨਾ ਲਾਇਆ ਜਾਏ ਅਤੇ ਪਰੇ ਲਾਇਆ ਜਾਏ, ਅਤੇ ਫਿਰ ਇੰਨੇ ਤੋਂ ਨੇੜੇ ਤੇੜੇ ਬੈਠਿਆ ਨਾ ਜਾਏ, ਤਾਂ ਖਤਰਾ ਨਹੀਂ ਹੈ। ਇੱਕ ਗੱਲ ਤਾਂ ਸਪਸ਼ਟ ਹੋ ਗਈ। ਕੈਂਸਰ ਦਾ ਖਤਰਾ ਲਗਭਗ ਨਾ ਬਰਾਬਰ ਹੀ ਹੈ, ਉਹ ਵੀ ਇੱਕ ਗੱਲ ਸਪਸ਼ਟ ਹੋ ਗਈ। ਹੁਣ ਜਿਹੜੀ ਖਤਰਨਾਕ ਚੀਜ਼ ਇਹ ਸੀ ਕਿ ਰੁਝਾਨ ਵਿੱਚ ਜਿਵੇਂ ਸਾਡੇ ਕੋਲ ਹੁਣ ਆ ਰਿਹਾ ਹੈ ਕਿ ਅਸੀਂ ਜਿਵੇਂ ਜਿਵੇਂ ਇਹਦੀ ਇੰਟੈਂਸਿਟੀ ਵਧਾ ਰਹੇ ਹਾਂ, ਇਹਦਾ ਹੋਰ ਐਡਵਾਂਸਿਸ ਜਿਵੇਂ 7 ਤੱਕ ਜਾਣਾ ਚਾਹ ਰਹੇ ਹਾਂ, ਅੱਗੇ 5 ਵਾਲੇ ਸਾਡੇ ਕੋਲ ਆਏ ਨੇ, ਹੁਣ ਅਸੀਂ 6 ਅਤੇ 7 'ਤੇ। ਉਹਦੀ ਇੱਕ ਖੋਜ ਸਿਰਫ ਜਿਸ ਵਿੱਚ ਆਇਆ ਹੈ ਕਿ ਚੂਹੇ ਸਨ ਨਾਲ ਦੇ ਕਮਰੇ ਵਿੱਚ ਜਿੱਥੇ ਇਹਦੀ ਇੰਨੀ ਇੰਟੈਂਸਿਟੀ ਵਧਾਈ ਗਈ, ਉਹਨਾਂ ਚੂਹਿਆਂ ਦੀ ਮੌਤ ਹੋਈ ਹੈ। ਹੁਣ ਅਜੇ ਸਟੱਡੀ ਦੇ ਵਿੱਚ ਕਲੀਅਰ ਨਹੀਂ ਕੀਤਾ ਗਿਆ ਕਿ ਉਹ ਉਹਦੀ ਰੇਡੀਏਸ਼ਨ ਕਰਕੇ ਹੋਈ, ਜਾਂ ਉਹਨਾਂ ਨੂੰ ਕੋਈ ਹੋਰ ਟੈਸਟ ਜਿਹਦੇ ਸਦਕਾ ਹੋਇਆ, ਜਾਂ ਕਿਵੇਂ ਹੋਇਆ, ਉਹਦੇ 'ਚ ਅਜੇ ਕਲੀਅਰ ਨਹੀਂ ਕੀਤਾ ਗਿਆ, ਪਰ ਉਹ ਸਟੱਡੀ ਬੰਦ ਕਰ ਦਿੱਤੀ ਗਈ। ਹੁਣ ਇਹ ਅਗਾਂਹ, ਕਿਉਂਕਿ ਜਿਵੇਂ ਸਾਡੇ ਤੁਰੀ ਜਾਣਾ ਅੱਗੇ ਆਈਫੋਨਸ ਵਿੱਚ ਵੀ ਹਰ ਚੀਜ਼ਾਂ ਵਿੱਚ, ਹੁਣ ਉਹ 7 ਵਾਲਾ ਕਿਉਂ ਬੰਦ ਹੋਇਆ, ਕਿਸ ਚੀਜ਼ ਕਰਕੇ ਰੁਕੀ ਉਹ ਸਟੱਡੀ, ਕਿਉਂ ਹੋਈ, ਉਹਦੀਆਂ ਅਜੇ ਗੱਲਾਂ ਪੂਰੀਆਂ ਨਿਕਲੀਆਂ ਨਹੀਂ। ਇੰਨਾ ਹੀ ਪਤਾ ਲੱਗਿਆ ਕਿ ਉਹਦੇ ਨਾਲ ਡੈਥ ਜ਼ਰੂਰ ਹੋਈ ਉਹਨਾਂ ਦੀ। ਸੋ ਉਹ ਹੁਣ ਉਹਨਾਂ ਦੇ ਮਰੇ ਹੋਏ ਚੂਹਿਆਂ 'ਤੇ ਖੋਜ ਚੱਲ ਰਹੀ ਹੈ, ਉਹਦਾ ਨਤੀਜੇ ਨਿਕਲਣਗੇ ਤਾਂ ਪਤਾ ਲੱਗੇਗਾ। ਬਿਲਕੁਲ ਠੀਕ, ਬਿਲਕੁਲ। ਮੈਮ ਇੱਥੇ ਇੱਕ ਗੱਲ ਸਪਸ਼ਟ ਇਹ ਕਰ ਦਿਓ ਕਿ ਜੇਕਰ ਮੰਨ ਲਓ ਘਰੇ ਵਾਈਫਾਈ ਲੱਗਿਆ, ਅੱਜ ਕੱਲ੍ਹ ਤਾਂ ਮਜਬੂਰੀ ਹੈ, ਬੱਚਿਆਂ ਨੇ ਪੜ੍ਹਨਾ ਵੀ ਹੈਗਾ, ਹਰ ਕੋਈ ਵਾਈਫਾਈ ਦੀ ਬਹੁਤ ਜ਼ਰੂਰਤ ਹੈ, ਜੇਕਰ ਰਾਤ ਨੂੰ ਸੌਣ ਲੱਗੇ ਵਾਈਫਾਈ ਬੰਦ ਕਰ ਦਈਏ ਤਾਂ ਖਤਰਾ ਕਿੰਨਾ ਕੁ ਘੱਟ ਸਕਦਾ? ਜੀ ਬਿਲਕੁਲ ਖਤਰਾ ਨਾ ਬਰਾਬਰ ਹੋ ਜਾਂਦਾ, ਕਿਉਂਕਿ ਗੱਲ ਸਿਰਫ ਹੁੰਦੀ ਜੇ ਕਿ ਉਹਦਾ ਇੰਟੈਂਸਿਟੀ ਆਫ ਰੇਡੀਏਸ਼ਨ ਅਤੇ ਕਿੰਨੀ ਦੇਰ ਤੱਕ ਅਸੀਂ ਉਸ ਰੇਡੀਏਸ਼ਨ 'ਚ ਰਹੇ। ਸਾਰਾ ਦਿਨ ਘਰ ਤਾਂ ਬੱਚੇ ਵੀ ਹੁਣ ਨਹੀਂ ਰਹਿੰਦੇ, ਪਰ ਜਿਹੜੇ ਸਾਡੇ ਬਜ਼ੁਰਗ ਮਾਪੇ ਜਾਂ ਸਵਾਣੀਆਂ ਜਿਹੜੀਆਂ ਘਰਾਂ ਦੇ ਵਿੱਚ ਨੇ, ਉਹ ਜੇ ਮੇਰਾ ਖਿਆਲ ਹੈ ਕਿ ਉਹਦੇ ਰੂਟਰ ਦੇ ਨੇੜੇ ਨਾ ਬੈਠਣ ਤਾਂ ਇਹਦੇ ਤੋਂ ਅਸਰ ਤੋਂ ਪਰਾਂ ਹੋ ਸਕਦੇ ਨੇ। ਯਾਨੀ ਬੈੱਡਰੂਮਸ ਵਿੱਚ ਨਾ ਲਾਉਣ, ਅਤੇ ਥੋੜ੍ਹਾ ਸੈਂਟਰਲ ਪਲੇਸ 'ਤੇ ਹੋਏ ਜਿੱਥੇ ਬਹੁਤਾ ਉਹਦੇ ਨੇੜੇ ਬੈਠ ਕੇ ਕੰਮ ਨਾ ਕਰਨਾ ਹੋਏ, ਅਤੇ ਰਾਤ ਨੂੰ ਬੰਦ ਕਰ ਦਿੱਤਾ ਜਾਏ, ਤਾਂ ਮੇਰੇ ਖਿਆਲ ਨਾਲ ਇਹਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਜਿਹਦਾ ਸਾਨੂੰ ਨੁਕਸਾਨ ਹੋਵੇ। ਉਹ ਸਾਰੇ ਨੁਕਸਾਨਾਂ ਤੋਂ ਬਚ ਸਕਦੇ ਹਾਂ, ਕਿਉਂਕਿ ਕੋਈ ਡਰਾਉਣ ਧਮਕਾਉਣ ਲਈ ਆਪਾਂ ਪ੍ਰੋਗਰਾਮ ਨਹੀਂ ਕੀਤਾ। ਇੱਕ ਵਾਰਨਿੰਗ ਹੁੰਦੀ ਹੈ ਕਿ ਇਹੋ ਜਿਹੇ ਡੇਂਜਰਸ ਸ਼ੋ ਹੋਏ ਨੇ, ਸੋ ਉਹਨਾਂ ਤੋਂ ਅਸੀਂ ਬਚਾਅ ਰੱਖ ਸਕਦੇ ਹਾਂ। ਸੋ ਇੱਕ ਗੱਲ ਸਪਸ਼ਟ ਹੈ ਕਿ ਕਿਸੇ ਵੀ ਹਾਲ ਵਿੱਚ ਤੁਸੀਂ ਬੈੱਡਰੂਮ ਵਿੱਚ ਇਹ ਨਹੀਂ ਲਾਉਣਾ। ਖੁੱਲ੍ਹੀ ਥਾਂ 'ਤੇ ਸੈਂਟਰਲ ਪਲੇਸ 'ਚ ਲਾਓ ਜਿੱਥੇ ਤੁਸੀਂ ਨੇੜੇ ਬਹਿਣਾ ਨਹੀਂ ਹੈ, ਅਤੇ ਉਹ ਵੀ ਲੰਬੇ ਸਮੇਂ ਤੱਕ ਬਹਿਣਾ ਨਹੀਂ ਹੈ। ਸੋ ਬਿਲਕੁਲ ਇੱਕ ਐਕਸਪਰਟ ਦੇ ਤੌਰ ਦੇ ਉੱਤੇ ਅਸੀਂ ਤਾਂ ਤੁਹਾਨੂੰ ਸਵਾਲ ਕਰ ਰਹੇ ਹਾਂ, ਤੁਸੀਂ ਸਾਡੇ ਤੋਂ ਵੱਧ ਜਾਣਦੇ ਹੋ। ਇੱਥੇ ਇੱਕ ਕਮੈਂਟ ਇਹ ਆਇਆ ਸੀਗਾ, ਉਹ ਕਹਿੰਦੇ ਯਾਰ ਜੇ ਬਟਨ ਵਾਲਾ ਮੋਬਾਈਲ ਵਰਤੀਏ ਫਿਰ ਕੀ ਇਹਨੂੰ ਘਟਾ ਸਕਦੇ ਹਾਂ ਸਾਰੇ ਖਤਰੇ ਨੂੰ ਆਪਾਂ? ਜੀ ਦੇਖੋ,
ਜਿਹੜੀਆਂ ਇਹ ਚੀਜ਼ਾਂ ਜਾਂ ਸਵਾਲ ਨੇ ਜਿਵੇਂ ਤੁਹਾਡੇ ਮਨ ਵਿੱਚ ਨੇ ਉਸੇ ਤਰ੍ਹਾਂ ਮੇਰੇ ਵੀ ਮਨ ਵਿੱਚ ਉੱਠਦੇ ਨੇ, ਪਰ ਆਪਾਂ ਗੱਲ ਆਪਣੇ ਕੋਲੋਂ ਕਿਉਂਕਿ ਨਹੀਂ ਕਰਨਾ ਚਾਹੁੰਦੇ। ਸਾਡਾ ਇਹ ਪ੍ਰੋਗਰਾਮ ਹਮੇਸ਼ਾ ਤੱਥਾਂ ਦੇ ਉੱਤੇ ਆਧਾਰਿਤ ਹੁੰਦਾ ਅਤੇ ਉਹਦੇ ਉੱਤੇ ਅਜੇ ਤੱਕ ਖੋਜ ਨਹੀਂ ਹੋਈ ਕਿ ਉਹ ਫ਼ੋਨ ਸਾਨੂੰ ਬਚਾ ਸਕਦੇ ਨੇ ਜਾਂ ਨਹੀਂ ਬਚਾ ਸਕਦੇ, ਪਰ ਕੁਝ ਸਮੇਂ 'ਤੇ ਸਾਡੀਆਂ ਮਜਬੂਰੀਆਂ ਹੋ ਜਾਂਦੀਆਂ ਵੀ ਇਹ ਫ਼ੋਨ ਵਰਤਦੇ ਨੇ। ਮੋਬਾਈਲ ਦੇ ਵਿੱਚ ਆਪਾਂ ਫਿਲਮ ਦੇਖਦੇ ਹੁੰਦੇ ਹਾਂ, ਅੱਜ ਕੱਲ੍ਹ ਤਾਂ ਨੈਟਫਲਿਕਸ, ਐਮਾਜ਼ਨ ਬਹੁਤ ਇਹੋ ਜਿਹੇ ਪਲੇਟਫਾਰਮ ਆ ਗਏ, ਤਾਂ ਉਹ ਦੇਖਣਾ ਕਿੰਨਾ ਕੁ ਟਾਈਮ ਦੇਖ ਸਕਦੇ ਹਾਂ, ਕਿੰਨਾ ਕੁ ਟਾਈਮ ਫ਼ੋਨ ਨੂੰ ਬੰਦ ਕਰਕੇ ਰੱਖਣਾ ਚਾਹੀਦਾ, ਉਹਦੇ ਬਾਰੇ ਥੋੜ੍ਹਾ ਸਮਝਾ ਦਿਓ। ਦੇਖੋ, ਉਹਦੇ 'ਤੇ ਜਿੰਨੀਆਂ ਕੁ ਤਾਂ ਅੱਖਾਂ ਵਾਲਿਆਂ ਨੇ ਖੋਜਾਂ ਕੀਤੀਆਂ ਨੇ ਉਹਦੇ ਆਧਾਰਿਤ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਉਹ ਜ਼ਰੂਰ ਸ਼ੇਅਰ ਕਰ ਦਿੰਦੇ ਹਾਂ। ਬਾਕੀ ਉਹਦਾ ਅਸਰ ਜਿੰਨਾ ਵੀ ਲੰਮੇ ਸਮੇਂ ਤੱਕ ਰਹਿਣ ਵਾਲਾ ਉਹਦੇ 'ਤੇ ਅਜੇ ਬਹੁਤੀ ਰਿਸਰਚ ਨਹੀਂ ਹੋਈ, ਪਰ ਇੱਕ ਗੱਲ ਪੱਕੀ ਹੈ ਕਿ ਤੁਹਾਡਾ ਜਿੰਨੀ ਜ਼ਿਆਦਾ ਲਾਈਟ ਹੋਏਗੀ ਤੁਹਾਡੀ ਅੰਦਰਲੀ ਰੈਟੀਨਾ ਪਰਤ 'ਤੇ ਜ਼ਿਆਦਾ ਉਹ ਮਾੜਾ ਨੁਕਸਾਨ ਦਿਖਾਉਂਦੀ ਜੇ। ਸਾਡੇ ਰੋਡਸ ਅਤੇ ਕੋਨਸ ਹੁੰਦੇ ਨੇ ਉਸ ਪਰਤ ਦੇ ਵਿੱਚ, ਉਹ ਨੁਕਸਾਨ ਉਹਨਾਂ 'ਤੇ ਅਸਲ 'ਚ ਹੋ ਜਾਂਦਾ ਜੇ ਤਗੜਾ। ਸੋ ਇਸੇ ਕਰਕੇ ਤੁਸੀਂ ਦੇਖਦੇ ਹੋਵੋਗੇ ਕਿ ਪਹਿਲੀ ਚੀਜ਼ ਜਿਹੜੀ ਇਹਨਾਂ ਦੇ ਸਾਡੇ ਜੋ ਦੇਖਣ ਵਿੱਚ ਆਈ ਹੈ, ਲੰਮੇ ਸਮੇਂ ਤੱਕ ਮੋਬਾਈਲ 'ਤੇ ਲੱਗੇ ਰਹਿਣ ਨਾਲ ਆਈ ਸਟ੍ਰੇਨ ਬਹੁਤ ਜ਼ਿਆਦਾ ਹੈ। ਈਵਨ ਕੰਪਿਊਟਰਸ 'ਤੇ ਕੰਮ ਕਰਨ ਵਾਲਿਆਂ ਦੇ ਆਈ ਸਟ੍ਰੇਨ ਬਹੁਤ ਜ਼ਿਆਦਾ ਹੈ। ਫਿਰ ਉਹਨਾਂ ਦੇ ਇਹ ਨੈਕ ਦੀਆਂ ਜੋ ਹੈਗੀਆਂ ਨੇ ਸਾਡੀਆਂ ਹੱਡੀਆਂ ਗਲੇ ਦੀਆਂ, ਉਹ ਉਹਨਾਂ 'ਤੇ ਵੀ ਸਟ੍ਰੇਨ ਪੈਂਦਾ ਜੇ। ਸਿਰ ਦੁਖਣਾ ਕਾਫੀ ਜ਼ਿਆਦਾ ਦੇਖਿਆ, ਅੱਖਾਂ ਦੁਖਣ ਬਹੁਤ ਜ਼ਿਆਦਾ ਦੁਖਣ ਲੱਗ ਜਾਂਦੀਆਂ ਨੇ, ਰੀੜ੍ਹ ਦੀ ਹੱਡੀ ਦੁਖਦੀ ਹੈ। ਸੋ ਉਹਦੇ ਲਈ ਇੱਕ ਬੜਾ ਗੁਰ ਮੈਂ ਦੱਸ ਦਿੰਦੀ ਹਾਂ, ਜਿਹਨੂੰ ਅਸੀਂ 20-20-20 ਕਹਿੰਦੇ ਹਾਂ। ਸੋ ਉਹਦਾ ਸੌਖਾ ਤਰੀਕਾ ਜੇ ਕਿ ਹਰ ਤੁਸੀਂ 20 ਮਿੰਟ ਦੇ ਬਾਅਦ 20 ਸਕਿੰਟ ਲਈ 20 ਫੁੱਟ ਦੂਰ ਦੇਖਣਾ। ਯਾਨੀ 20 ਮਿੰਟ ਤੁਸੀਂ ਲਗਾਤਾਰ ਜੇ ਦੇਖ ਲਿਆ ਮੋਬਾਈਲ, ਤਾਂ ਉਸ ਤੋਂ ਬਾਅਦ ਹਰ ਹਾਲ ਵਿੱਚ ਕਾਊਂਟ ਕਰੋ 20 ਸਕਿੰਟ ਅਤੇ ਦੂਰ ਨਜ਼ਰ ਲਿਜਾਣੀ ਜੇ 20 ਫੁੱਟ ਦੂਰ ਤੱਕ ਲਗਾਤਾਰ ਉਹਨੂੰ ਦੇਖੋ ਤਾਂ ਉਹ ਅੱਖਾਂ ਰਿਲੈਕਸ ਹੋ ਜਾਂਦੀਆਂ। ਉਸ ਤੋਂ ਬਾਅਦ 20 ਕੁ ਸਕਿੰਟ ਲਈ ਫਿਰ ਅੱਖਾਂ ਥੋੜ੍ਹੀਆਂ ਜਿਹੀ ਬੰਦ ਕਰਕੇ ਫਿਰ ਦੁਬਾਰਾ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ। ਉਹਦੇ ਨਾਲ ਤੁਹਾਨੂੰ ਜਿਹੜਾ ਸਟ੍ਰੇਨ ਪੈ ਰਿਹਾ ਅੱਖਾਂ 'ਤੇ ਘੱਟ ਜਾਏਗਾ। ਲਗਾਤਾਰ ਜਾਂਦੀ ਲਾਈਟ ਵੀ ਉਹ ਵੀ ਤੁਹਾਨੂੰ ਫਰਕ ਪਏਗਾ, ਪਰ ਬੈਟਰ ਹੁੰਦਾ ਕਿ ਮਿਨੀਮਮ ਲਾਈਟ ਕਰਕੇ ਉਹਦੀ ਵੇਖੀ ਜਾਏ। ਜਿਹੜੀ ਤੁਹਾਡੀ ਬੈਕਗਰਾਊਂਡ ਲਾਈਟ ਮਿਨੀਮਮ ਹੋਣੀ ਚਾਹੀਦੀ ਹੈ। ਨਾਈਟ ਮੋਡ ਹੁੰਦਾ ਉਹਦੇ ਵਿੱਚ ਖਾਸ ਤੌਰ 'ਤੇ, ਉਹ ਤੁਹਾਡੀਆਂ ਅੱਖਾਂ ਨੂੰ ਬਚਾਉਂਦਾ, ਸਟ੍ਰੇਨ ਘਟਾਉਂਦਾ। ਪਰ ਲਗਾਤਾਰ ਕਿਸੇ ਵੀ ਹਾਲ ਵਿੱਚ ਜੇ ਤੁਸੀਂ ਫਿਲਮ ਵੀ ਦੇਖ ਰਹੇ ਹੋ, 1 ਘੰਟੇ ਤੋਂ ਵੱਧ ਮੋਬਾਈਲ ਕੰਟੀਨਿਊਸ ਨਹੀਂ ਵੇਖਣਾ ਕਿਸੇ ਵੀ ਹਾਲ ਵਿੱਚ। 20 ਮਿੰਟ ਬਾਅਦ ਜਿਵੇਂ ਮੈਂ ਦੱਸਿਆ, ਯਾਨੀ 3 ਵਾਰ ਤਾਂ ਤੁਸੀਂ 1 ਘੰਟੇ ਦੇ ਵਿੱਚ ਵੀ ਬ੍ਰੇਕ ਲਈ, ਪਰ ਉਸ ਤੋਂ ਬਾਅਦ ਉਹਨੂੰ ਰੋਕ ਲਓ, ਫਿਰ ਠਹਿਰ ਕੇ ਤੁਸੀਂ ਜਾਂ ਥੋੜ੍ਹੀ ਦੇਰ ਉਹਨੂੰ ਬੰਦ ਕਰਕੇ ਤੁਸੀਂ ਯਾਨੀ ਆਪਣੇ ਅੱਖਾਂ ਪਰੇ ਕਰਕੇ ਇਕੱਲੀ ਆਵਾਜ਼ ਨਾਲ ਤੁਸੀਂ ਭਾਵੇਂ ਸੁਣ ਲਓ, ਪਰ ਕੰਟੀਨਿਊਸ ਸਟੇਅਰਿੰਗ ਕਿਸੇ ਵੀ ਹਾਲ ਵਿੱਚ ਨਹੀਂ। ਅਤੇ ਖ਼ਾਸ ਤੌਰ 'ਤੇ ਹੋਰ ਵੀ ਇੱਕ ਜਦੋਂ ਅਸੀਂ ਮੋਬਾਈਲਸ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਉੱਚੇ ਥਾਂ 'ਤੇ ਰੱਖ ਕੇ, ਜਿਵੇਂ ਮੈਂ ਤੁਹਾਨੂੰ ਦੱਸਦਾ, ਜਿਵੇਂ ਇਸ ਤਰ੍ਹਾਂ ਝੁੱਕ ਕੇ ਤੁਸੀਂ ਜਿਵੇਂ ਇਹ ਮੋਬਾਈਲ ਦੇਖ ਰਹੇ ਹੋ, ਇੰਝ ਦੇਖਣ ਦੀ ਥਾਂ 'ਤੇ ਇਹਨੂੰ ਹਮੇਸ਼ਾ ਸਾਹਮਣੇ ਇਸ ਤਰੀਕੇ ਰੱਖੋ, ਤਾਂ ਉਹ ਤੁਹਾਡੀ ਜਿਹੜੀ ਗਰਦਨ ਦਾ ਝੁਕਣਾ ਅਤੇ ਪਿੱਠ ਦੀ ਰੀੜ੍ਹ ਦੀ ਹੱਡੀ ਦਾ ਜੋ ਅਸਰ ਪੈਂਦਾ, ਇਹ ਬਚਾਅ ਹੋ ਸਕਦਾ। ਸਾਹਮਣੇ ਸਟ੍ਰੇਟ ਰੱਖ ਕੇ ਪਿੱਠ ਹਮੇਸ਼ਾ ਸਪੋਰਟਡ ਇਸ ਤਰ੍ਹਾਂ ਦੇਖੋ ਤਾਂ ਉਹ ਤੁਹਾਡੇ ਘੱਟ ਸਟ੍ਰੇਨ ਪੈਂਦਾ। ਇਸੇ ਤਰ੍ਹਾਂ ਜੇ ਤੁਸੀਂ ਉਂਗਲਾਂ ਲਗਾਤਾਰ ਕਰੀ ਜਾਓਗੇ, ਤੁਸੀਂ ਦੇਖੋਗੇ ਕਿ ਸਾਡੇ ਕੋਲ ਕੇਸਿਸ ਬਹੁਤ ਆਉਣ ਲੱਗ ਗਏ ਨੇ ਵੀ ਉਂਗਲਾਂ 'ਤੇ ਅੰਗੂਠਾ ਉਹ ਵਰਤ ਕੇ ਉਹ ਤੁਹਾਡੇ ਦਰਦ ਪਰਮਾਨੈਂਟ ਕਰਨ ਲੱਗ ਜਾਂਦੇ ਨੇ। ਕੰਪਿਊਟਰ 'ਤੇ ਵਰਕ ਕਰਨ ਵਾਲਿਆਂ ਦੇ ਵੀ ਟੈਨਿਸ ਐਲਬੋ ਟਾਈਪ ਇਸ ਤਰ੍ਹਾਂ ਸ਼ੁਰੂ ਹੋ ਜਾਂਦੀ ਹੈ। ਸੋ ਹਮੇਸ਼ਾ ਤੁਸੀਂ ਵਰਤਦਿਆਂ ਆਪਣੇ ਹੱਥਾਂ ਦੀਆਂ ਜਿਵੇਂ ਮੁੱਠੀਆਂ ਇੱਦਾਂ ਹੋਈਆਂ, ਫਿਰ ਇਸ ਤਰ੍ਹਾਂ ਘੁਮਾ ਕੇ ਵਾਪਸ ਇੰਝ ਘੁਮਾ ਕੇ, ਸੋ ਇਹ ਹਲਕੀ ਜਿਵੇਂ ਇਸ ਤਰ੍ਹਾਂ ਮੋਢੇ ਇੰਝ ਉੱਪਰ ਕਰਕੇ ਜਾਂ ਇਸ ਤਰ੍ਹਾਂ ਰੋਟੇਟ ਕਰਕੇ ਜਾਂ ਪਿੱਛੋਂ ਅੱਗੇ, ਜੇ ਇਹ ਰੈਗੂਲਰ ਐਕਸਰਸਾਈਜ਼ ਕਰਦੇ ਰਹੋ ਤਾਂ ਜਿਵੇਂ ਤੁਸੀਂ ਵੇਖ ਰਹੇ ਹੋ ਹੱਥ ਤੁਹਾਡੇ ਵਿਹਲੇ ਨੇ, ਤੁਸੀਂ ਇਹ ਮੂਵਮੈਂਟਸ ਜੇ ਨਾਲ ਕਰਦੇ ਰਹੋ ਤਾਂ ਤੁਸੀਂ ਇਸ ਚੀਜ਼ ਤੋਂ ਕਾਫੀ ਬਚ ਸਕਦੇ ਹੋ। ਅਤੇ ਵਿੱਚ ਜਿਵੇਂ ਥੋੜ੍ਹਾ ਜਿਹਾ ਇੱਧਰ ਦੇਖ ਲਿਆ ਜਾਂ ਥੋੜ੍ਹਾ ਉੱਧਰ ਦੇਖ ਲਿਆ, ਤੁਹਾਡੇ ਅੱਖਾਂ ਦੀ ਰਿਲੈਕਸੇਸ਼ਨ ਵੀ ਨਾਲੋਂ ਨਾਲ ਹੋ ਜਾਂਦੀ ਹੈ। ਤਾਂ ਬਿਲਕੁਲ ਸਮੱਸਿਆ ਦਾ ਹੱਲ ਵੀ ਆਪਾਂ ਦੱਸ ਦਿੱਤਾ ਹੈਗਾ। ਅਤੇ ਨਾਲ ਹੀ ਮੈਂ ਹੁਣ ਜਾਣਾ ਚਾਹੁੰਦਾ ਕਿ ਜਿਹੜਾ ਸਿਰ ਪੀੜ ਹੁੰਦੀ ਹੈ ਉਹ ਕਿਵੇਂ ਦੂਰ ਕੀਤੀ ਜਾ ਸਕਦੀ ਹੈ ਸਿਰ ਪੀੜ ਤੁਹਾਡੇ ਮੁਤਾਬਕ? ਦੇਖੋ, ਸਿਰ ਪੀੜ ਲਈ ਕੁਝ ਖਾਸ ਖੁਰਾਕਾਂ ਨੇ। ਸਿਰ ਪੀੜ ਦੇ ਅਸਲ 'ਚ ਇੰਨੇ ਕਾਰਨ ਨੇ ਵੀ ਉਹ ਸਵਾਲ ਪੁੱਛਣ ਵਾਲੇ ਮੇਰੀ ਭੈਣ ਨੇ ਤਾਂ ਉਹਨੂੰ ਨਿਚੋੜ ਕੇ ਥੋੜ੍ਹਾ ਜਿਹਾ ਕੱਢਤਾ, ਨਾ ਇਹ ਦੱਸਿਆ ਕਿ ਕਿਸ ਤਰ੍ਹਾਂ ਦੀ ਸਿਰ ਪੀੜ ਹੈ, ਕਿਉਂਕਿ ਸਿਰ ਪੀੜ ਦੇ ਤਾਂ ਕਾਰਨ ਪੜ੍ਹਦਿਆਂ ਹੀ ਅਸੀਂ ਜਦੋਂ ਬੱਚਿਆਂ ਨੂੰ ਆਪਣੇ ਡਾਕਟਰ ਬਣਾ ਰਹੇ ਉਹਨਾਂ ਨੂੰ ਪੜ੍ਹਾਉਂਦੇ ਹਾਂ, ਉਹਦੇ 'ਚ ਵੀ ਸਾਨੂੰ 2 ਕਲਾਸਾਂ ਪੂਰੀਆਂ ਕਾਰਨਾਂ 'ਤੇ ਹੀ ਲੱਗ ਜਾਂਦੀਆਂ। ਸੋ ਹਰ ਕਾਰਨ ਦਾ ਇਲਾਜ ਵਾਖੇ ਉਹ ਮੇਰਾ ਖਿਆਲ ਸੰਭਵ ਨਹੀਂ ਹੋਣਾ ਸਾਡੇ ਲਈ ਕਿ ਅਸੀਂ ਸਾਰੇ ਪਹਿਲਾਂ ਕਾਰਨ ਦੱਸੀਏ ਫਿਰ ਉਹ ਸਾਰਿਆਂ ਦੇ ਇਲਾਜ ਦੱਸੀਏ।
ਕਿਉਂਕਿ ਨਸ ਖੁੱਲੀ ਹੈ ਕਿ ਸਿਰ ਦੇ ਅੰਦਰ ਪ੍ਰੈਸ਼ਰ ਵੱਧ ਗਿਆ ਹੈ ਕਿ ਤੁਹਾਡਾ, ਯਾਨੀ ਵੱਖੋ ਵੱਖਰੇ ਕਾਰਨ ਨੇ। ਪਰ ਇੱਕ ਖੁਰਾਕ ਦੀ ਜ਼ਿਕਰ ਥੋੜ੍ਹਾ ਜਿਹਾ ਅਸੀਂ ਕਰ ਦਿੰਦੇ ਹਾਂ ਵੀ ਕਿਹੜੀਆਂ ਕਿਹੜੀਆਂ ਖੁਰਾਕਾਂ ਉਹਨਾਂ ਲਈ ਠੀਕ ਨੇ ਅਤੇ ਕਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਸਿਰ ਪੀੜ ਹੋਵੇ। ਮਿਸਾਲ ਵਜੋਂ ਮੀਟ, ਮੱਛੀ, ਅੰਡਾ ਅਤੇ ਚਿਕਨ, ਇਹ ਸਭ ਤੋਂ ਵੱਧ ਸਭ ਨੂੰ ਫਿਕਰ ਪੈ ਜਾਂਦਾ ਇਹ ਦੱਸ ਦਿਓ ਵੀ ਅਸੀਂ ਇਹ ਖਾਣਾ ਕਿ ਨਹੀਂ ਖਾਣਾ। ਹਰ ਵਾਰ ਇਹ ਸਵਾਲ ਜ਼ਰੂਰ ਆਉਂਦਾ ਵੀ ਦੱਸ ਦਿਓ ਮੀਟ ਮੱਛੀ ਖਾ ਸਕਦੇ ਆ ਕਿ ਪੁੱਛ ਲੈਣਾ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ। ਦੇਖੋ, ਤਾਜ਼ਾ ਜੋ ਤੁਸੀਂ ਆਪ ਲਿਆ ਕੇ ਮੀਟ ਬਣਾਓਗੇ, ਕਿਉਂਕਿ ਇਹਨਾਂ ਵਿੱਚ ਨਾ ਜੋ ਅਸੀਂ ਲੈਂਦੇ ਹਾਂ, ਜਿਵੇਂ ਪਿਛਲੇ ਵੀ ਇਸ ਪ੍ਰੋਗਰਾਮ 'ਚ ਦੱਸਿਆ ਸੀ ਵੀ ਜਦੋਂ ਡੱਬਾ ਬੰਦ ਚੀਜ਼ਾਂ ਲੈਂਦੇ ਹਾਂ ਉਸ 'ਚ ਨਾਈਟਰੇਟਸ ਆ ਜਾਂਦੇ ਨੇ, ਉਹ ਪ੍ਰੋਬਲਮ ਕਰਦੇ ਨੇ, ਉਹ ਨਹੀਂ ਖਾਣੇ ਚਾਹੀਦੇ। ਸੋ ਤਾਜ਼ਾ ਲਿਆ ਕੇ ਮੀਟ ਤੁਸੀਂ ਜ਼ਰੂਰ ਖਾ ਸਕਦੇ ਹੋ। ਇਸੇ ਤਰ੍ਹਾਂ ਮੱਛੀ, ਚਿਕਨ, ਅੰਡਾ, ਖ਼ਾਸ ਤੌਰ 'ਤੇ ਟਿਊਨਾ ਫਿਸ਼ ਜਿਹੜੀ ਸਲਾਦ ਦੇ ਵਿੱਚ ਵੀ ਖਾ ਸਕਦੇ ਹੋ। ਪਰ ਡੱਬਾ ਬੰਦ ਜਾਂ ਬਾਜ਼ਾਰਾਂ 'ਚ ਜਿਹੜੇ ਮਸਾਲੇਦਾਰ ਬਣਦੇ ਨੇ ਉਹ ਸਿਰ ਪੀੜ ਵਾਲੇ ਤਾਂ ਬਿਲਕੁਲ ਨਹੀਂ ਖਾ ਸਕਦੇ। ਇਸੇ ਤਰ੍ਹਾਂ ਜਿਹੜੇ ਇੱਕ ਮੀਟ ਨਰਮ ਕਰਨ ਲਈ, ਖ਼ਾਸ ਤੌਰ 'ਤੇ ਮੈਂ NRI ਵੀਰ ਭੈਣਾਂ ਲਈ ਦੱਸਦੇ ਹਾਂ, ਕੈਵੀਅਰ ਪੜ੍ਹ ਲਿਆ ਕਰਨ। ਜਦੋਂ ਬਾਜ਼ਾਰੋਂ ਲਿਆਉਂਦੇ ਨੇ ਨਾ ਇਸ ਤਰ੍ਹਾਂ ਦੇ ਵੀ ਆ, ਕੱਚਾ ਵੀ ਰੱਖਿਆ ਹੋਇਆ, ਤਾਂ ਮੀਟ ਨਰਮ ਕਰਨ ਲਈ ਉਸ 'ਚ ਕੈਵੀਅਰ ਪਾਇਆ ਹੁੰਦਾ। ਉਹ ਪੜ੍ਹ ਲਓ, ਬਾਹਰ ਕੰਟੈਂਟ ਲਿਖਿਆ ਹੋਏਗਾ। ਇਹ ਸਿਰ ਪੀੜ ਵਾਲਿਆਂ ਨੂੰ ਬਿਲਕੁਲ ਨਹੀਂ ਵਰਤਣਾ ਚਾਹੀਦਾ, ਇਹ ਨਹੀਂ ਵਰਤ ਸਕਦੇ। ਉਹ ਤਿੱਖੀ ਸਿਰ ਪੀੜ ਕਰ ਸਕਦਾ। ਇਸੇ ਤਰ੍ਹਾਂ ਸਲਾਮੀ ਜਾਂ ਪੈਪਰੋਨੀ ਬਣਾ ਕੇ ਜਿਹੜੇ ਮਿਲਦੇ ਨੇ ਉਹ ਵੀ ਸਿਰ ਪੀੜ ਵਾਲਿਆਂ ਨੂੰ ਨਹੀਂ ਲੈਣੇ ਚਾਹੀਦੇ। ਫਿਰ ਦੁੱਧ, ਦਹੀਂ, ਮੱਖਣ, ਪਨੀਰ ਵੱਲੋਂ ਉਹ ਤਾਜ਼ਾ ਪਨੀਰ ਲੈ ਸਕਦੇ ਨੇ, ਕਰੀਮ ਲੈ ਸਕਦੇ ਨੇ। ਪਰ ਜਿਹੜੀਆਂ ਖੱਟੇ ਤੋਂ ਚੀਜ਼ਾਂ, ਯਾਨੀ ਦਹੀਂ ਨਹੀਂ ਲੈਣਾ, ਜਾਂ ਜਿਹੜੀ ਤੁਸੀਂ ਯਾਨੀ ਉਹ ਪਨੀਰ ਜਿਹੜਾ ਘਰ 'ਚ ਤੁਸੀਂ ਫਾੜ ਕੇ ਦੁੱਧ ਤੋਂ ਬਣਾ ਦਿੱਤਾ, ਉਸ ਤਰ੍ਹਾਂ ਦੀ ਚੀਜ਼ ਖਮੀਰ ਤੋਂ ਬਣੀ ਨਹੀਂ ਲੈਣੀ ਹੁੰਦੀ। ਫਿਰ ਇੱਕ ਹੋਰ ਜਿਹੜਾ ਖ਼ਾਸ ਤੌਰ 'ਤੇ ਚੈਡਰ ਚੀਜ਼ ਜਿਹੜੇ ਹੁੰਦੇ ਨੇ ਜਾਂ ਸਵਿਸ ਚੀਜ਼, ਇਹ ਵੀ ਸਿਰ ਪੀੜ ਵਾਲਿਆਂ ਨੂੰ ਨਹੀਂ ਲੈਣਾ ਚਾਹੀਦਾ। ਫਿਰ ਬ੍ਰੈਡ, ਪਾਸਤਾ ਜੋ ਤੁਸੀਂ ਲੈਣਾ ਚਾਹੁੰਦੇ ਹੋ, ਇਹ ਸਪੈਗਤੀ, ਮੈਕਰੋਨੀ, ਇਹ ਖਾ ਸਕਦੇ ਹੋ। ਪਰ ਜਿਹੜੀ ਤੁਸੀਂ ਆਮ ਘਰਾਂ ਵਿੱਚ ਅਸੀਂ ਜਦੋਂ ਖਮੀਰ ਲਿਆ ਕੇ, ਬ੍ਰੈਡ ਮੇਕਰ ਬੜੇ ਅੱਜ ਕੱਲ੍ਹ ਆਮ ਚੱਲ ਚੁੱਕੇ ਨੇ, ਉਹਨਾਂ ਵਿੱਚ ਜਿਹੜੀ ਬਣੀ ਬਣਾਈ ਯੀਸਟ ਬਾਜ਼ਾਰੋਂ ਮਿਲਦੀ ਹੈ, ਉਹ ਬੜੀ ਤਿੱਖੀ ਸਿਰ ਪੀੜ ਕਰ ਸਕਦੀ ਹੈ। ਸੋ ਉਹਦੇ ਤੋਂ ਥੋੜ੍ਹਾ ਜਿਹਾ ਖਿਆਲ ਰੱਖ ਕੇ ਬਣਾਉਣ। ਸਬਜ਼ੀਆਂ ਹੁਣ ਖ਼ਾਸ ਤੌਰ 'ਤੇ ਮੈਂ ਇੰਪੋਰਟੈਂਟ ਇਸ ਕਰਕੇ ਦੱਸਣਾ ਚਾਹੁੰਦੀ ਹਾਂ, ਤੁਸੀਂ ਗਾਜਰ ਖਾ ਸਕਦੇ ਹੋ, ਪਾਲਕ, ਟਮਾਟਰ, ਬਰੋਕਲੀ, ਆਲੂ, ਹਰੀਆਂ ਫਲੀਆਂ, ਪੇਠਾ, ਸਭ ਕੁਛ ਲੈ ਸਕਦੇ ਹੋ। ਪਰ ਕੱਚਾ ਪਿਆਜ਼ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਸਿਰ ਪੀੜ ਵਾਲਿਆਂ ਨੂੰ। ਜਿਹੜਾ ਆਮ ਤੌਰ 'ਤੇ ਅਸੀਂ ਕੱਚੇ ਪਿਆਜ਼ ਬਾਰੇ ਕਹਿੰਦੇ ਹਾਂ, ਈਵਨ ਐਂਟੀ ਕੈਂਸਰ ਤੱਕ ਬਹੁਤ ਤਗੜਾ ਜੇ ਕੱਚਾ ਜਿਹੜਾ ਅਸੀਂ ਕਹਿੰਦੇ ਹਾਂ ਪਿਆਜ਼ ਆਮ ਤੌਰ 'ਤੇ ਜੋ ਅਸੀਂ ਖਾਂਦੇ ਹਾਂ ਪੰਜਾਬੀ, ਪਰ ਸਿਰ ਪੀੜ ਵਾਲੇ ਕੱਚਾ ਪਿਆਜ਼ ਨਾ ਲੈਣ ਤਾਂ ਬਿਹਤਰ ਹੈ। ਸਿਰਕੇ ਦੇ ਵਿੱਚ ਵੀ ਨਹੀਂ, ਕਿਉਂਕਿ ਮੈਂ ਹੁਣੇ ਦੱਸਿਆ ਖਟਾਸ ਵਾਲੀਆਂ ਚੀਜ਼ਾਂ ਨਹੀਂ, ਉਹਨਾਂ ਨੂੰ ਪਕਾ ਕੇ ਹੀ ਲੈਣਾ ਪਏਗਾ। ਕੱਚਾ ਪਿਆਜ਼ ਨਹੀਂ ਖਾਣਾ ਚਾਹੀਦਾ। ਜਿਹੜੇ ਬਾਕੀ ਉਂਝ ਭੁੰਨ ਕੇ ਲੈਣਾ ਜਾਂ ਸਬਜ਼ੀਆਂ, ਇਹ ਸਭ ਠੀਕ ਨੇ, ਪਰ ਇਹ ਨਹੀਂ ਲੈਣਾ ਚਾਹੀਦਾ। ਇਸੇ ਤਰ੍ਹਾਂ ਹੁਣ ਫਲਾਂ ਦੀ ਜੇ ਗੱਲ ਕਰੀਏ ਤਾਂ ਫਲ ਵਿੱਚ ਵੀ ਕੁਝ ਚੀਜ਼ਾਂ ਨੇ ਜਿਹੜੀਆਂ ਖਿਆਲ ਰੱਖਣ, ਜਿਨ੍ਹਾਂ ਵਿੱਚ ਖ਼ਾਸ ਤੌਰ 'ਤੇ ਅਨਾਨਾਸ, ਇਮਲੀ, ਸੰਤਰੇ ਅਤੇ ਚਕੋਦਰਾ, ਇਹ ਚੀਜ਼ਾਂ ਉਹਨਾਂ ਨੂੰ ਅਵੋਇਡ ਕਰਨ ਤਾਂ ਬੈਟਰ ਹੈ, ਜਾਂ ਹਫਤੇ 'ਚ ਇੱਕ ਅੱਧ ਵਾਰ, ਉਹ ਵੀ ਅੱਧੀ ਕੁ ਕੌਲੀ ਤੋਂ ਉੱਪਰ ਨਹੀਂ। ਸਕੰਜਵੀ, ਨਿੰਬੂ ਨਹੀਂ ਲੈਣਾ ਚਾਹੀਦਾ ਜੇ ਸਿਰ ਪੀੜ ਤੁਹਾਨੂੰ ਤਿੱਖੀ ਹੁੰਦੀ ਹੈ, ਇਸ ਤੋਂ ਅਵੋਇਡ ਕਰੋ ਖੱਟੀ ਚੀਜ਼ ਤੋਂ। ਫਿਰ ਖ਼ਾਸ ਤੌਰ 'ਤੇ ਪੇਠੇ ਦੇ ਬੀਜ, ਜੋ ਮੂੰਗਫਲੀ, ਅਖਰੋਟ, ਇਹ ਵੀ ਅਵੋਇਡ ਕਰੋ। ਕੁਝ ਜਣਿਆਂ ਨੂੰ ਬਹੁਤ ਤਿੱਖੀ ਸਿਰ ਪੀੜ ਇਹਦੇ ਨਾਲ ਹੋ ਸਕਦੀ ਹੈ, ਸੋ ਇਹ ਅਵੋਇਡ ਕਰਨਾ ਚਾਹੀਦਾ। ਸਿਮਿਲਰਲੀ ਮੈਂ ਥੋੜ੍ਹਾ ਜਿਹਾ ਦੱਸ ਦਿਆਂ, ਸੋਡੇ ਜਾਂ ਜੂਸ ਜੇ ਗੱਲ ਕਰੀਏ, ਸੋਡਿਆਂ ਦੀ ਤਾਂ ਮਨਾਹੀ ਹੈ, ਸ਼ਰਾਬ ਦੀ ਮਨਾਹੀ ਹੈ, ਸਿਗਰਟ ਦੀ ਮਨਾਹੀ ਹੈ, ਇਹ ਤਿੱਖੀ ਸਿਰ ਪੀੜ ਕਰ ਸਕਦੇ ਨੇ। ਸੋ ਜੇ ਤੁਸੀਂ ਇੰਨਾ ਕੀ ਖਿਆਲ ਰੱਖ ਲਓ, ਮੇਰਾ ਖਿਆਲ ਹੈ, ਤਾਂ ਅਸੀਂ ਸਿਰ ਪੀੜ ਦੇ ਮਰੀਜ਼ਾਂ ਲਈ ਘੱਟੋ ਘੱਟ ਜਿਹੜੀ ਖੁਰਾਕ ਨਹੀਂ ਅਸੀਂ ਰੋਕ ਸਕਦੇ ਹਾਂ ਸਿਰ ਪੀੜ, ਇਹਨੂੰ ਅਸੀਂ ਇਸ ਤੋਂ ਬਚਾਅ ਕਰ ਸਕਦੇ ਹਾਂ। ਪਰ ਇੱਕ ਵੱਡਾ ਰਾਮਬਾਣ ਜੇ ਸਿਰ ਪੀੜ ਹੁੰਦੀ ਜੇ ਨਾ, ਤਾਂ 10 ਕੁ ਮਿੰਟ ਵਧੀਆ ਪ੍ਰੋਗਰਾਮ ਜਿਸ 'ਚ ਮਾਰ ਧਾੜ ਨਾ ਹੋਵੇ, ਚਿੰਤਾ ਨਾ ਹੋਵੇ, ਹਾਏ ਰੱਬਾ ਅਗਲਾ CM ਨੂੰ ਕੀ ਹੋ ਜਾਣਾ। ਸੋ ਉਹ ਚਿੰਤਾ ਤਿਆਗ ਦਿਓ, ਥੋੜ੍ਹੇ ਹੱਸਣ ਖੇਡਣ ਵਾਲੇ ਪ੍ਰੋਗਰਾਮ ਦੇਖ ਲਿਓ, ਮਦਰ ਸੰਗੀਤ ਸੁਣ ਲਿਆ ਕਰੋ, ਅਤੇ ਰੈਗੂਲਰ 40 ਮਿੰਟਸ ਐਕਸਰਸਾਈਜ਼ ਕਰੋ, ਤਾਂ ਤੰਦਰੁਸਤ ਹਮੇਸ਼ਾ ਲਈ ਰਹਿ ਸਕਦੇ ਹੋ। ਧੰਨਵਾਦ ਮੈਮ, ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ ਜੀ।
ਜੀ ਸਤਿ ਸ਼੍ਰੀ ਅਕਾਲ। ਤੇ ਫਿਰ ਸਾਰਿਆਂ ਦਾ ਇੱਕ ਵਾਰ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ, ਤੇ ਫਿਰ ਜੇ ਕੋਈ ਸਵਾਲ ਅਜੇ ਵੀ ਹੋਣ ਆਪਾਂ ਫਿਰ ਅਗਲੇ ਪ੍ਰੋਗਰਾਮ 'ਚ ਜ਼ਰੂਰ ਲਵਾਂਗੇ। ਸ਼ੁਕਰੀਆ। ਤਾਂ ਅੱਜ ਦੇ ਪ੍ਰੋਗਰਾਮ ਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਪਹੁੰਚਾਓ। ਜੇ ਤੁਸੀਂ ਫੇਸਬੁੱਕ ਜਾਂ YouTube ਤੇ ਦੇਖ ਰਹੇ ਹੋ ਤਾਂ ਸਾਨੂੰ ਕਮੈਂਟ ਰੂਪ ਦੇ ਵਿੱਚ ਆਪਣੇ ਸਵਾਲ ਜਿਹੜੇ ਉਹ ਜ਼ਰੂਰ ਭੇਜੋ। ਹੁਣ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।